ਦੋਸਤੋ ਸਾਰਾਂਸ਼ ਦੇ ਇੱਕ ਹੋਰ ਐਪੀਸੋਡ 'ਚ ਤੁਹਾਡਾ ਸਵਾਗਤ। ਅੱਜ ਆਪਾਂ ਗੱਲ ਕਰਾਂਗੇ ਪੰਡਿਤ ਜਵਾਹਰ ਲਾਲ ਨਹਿਰੂ ਦੀ ਸਿਆਸੀ ਵਿਰਾਸਤ ਬਾਰੇ। ਤੁਸੀਂ ਸੋਚ ਰਹੇ ਹੋਵੋਗੇ ਕਿ ਪਿਛਲੇ ਐਪੀਸੋਡ 'ਚ ਆਪਾਂ ਗੱਲ ਕਰ ਰਹੇ ਸੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਬਾਰੇ ਤੇ ਜੇ ਉਹਨਾਂ ਦੀ ਜ਼ਿੰਦਗੀ ਤੇ ਇੱਕ ਹੋਰ ਐਪੀਸੋਡ ਕਰਨ ਵਾਲਾ ਬਾਕੀ ਤੇ ਇਹ ਕਿੰਜ ਹੋਇਆ ਕਿ ਆਪਾਂ ਅੱਜ ਅਚਾਨਕ ਪੰਡਿਤ ਜਵਾਹਰ ਲਾਲ ਨਹਿਰੂ ਬਾਰੇ ਗੱਲ ਕਰ ਰਹੇ। ਪੰਡਿਤ ਜਵਾਹਰ ਲਾਲ ਨਹਿਰੂ ਬਾਰੇ ਅੱਜ ਗੱਲ ਕਰਨ ਦੇ ਇੱਕ ਦੋ ਕਾਰਨ ਨੇ। ਉਹਨਾਂ 'ਚ ਇੱਕ ਤਾਂ ਇਹ ਹੈ ਕਿ ਅੱਜ ਉਹਨਾਂ ਦੀ ਬਰਸੀ ਹੈ, ਉਹਨਾਂ ਨੂੰ ਇਸ ਦੁਨੀਆ ਤੋਂ ਰੁਖਸਤ ਹੋਇਆ 59 ਸਾਲ ਹੋ ਗਏ ਨੇ। ਦੂਸਰਾ ਇਹ ਕਿ ਪਾਕਿਸਤਾਨ 'ਚ ਜਿਹੜੀਆਂ ਘਟਨਾਵਾਂ ਬੜੀ ਤੇਜ਼ੀ ਨਾਲ ਵਾਪਰੀਆਂ ਪਿਛਲੇ ਕੁਝ ਹਫ਼ਤਿਆਂ ਵਿੱਚ, ਉਹਨਾਂ ਨੇ ਮੁੜ ਕੇ ਇੱਕ ਸਵਾਲ ਸਾਡੇ ਸਾਹਮਣੇ ਖੜਾ ਕੀਤਾ ਹੈ ਕਿ ਕਿਸੇ ਮੁਲਕ ਦੀ ਬੁਨਿਆਦ ਕਿਹੋ ਜਿਹੀ ਹੋਣੀ ਚਾਹੀਦੀ ਹੈ। ਤੇ ਤੀਸਰਾ ਕਿ ਪਿਛਲੇ ਕੁਝ ਅਰਸੇ ਤੋਂ ਜਦੋਂ ਤੋਂ ਹਿੰਦੁਸਤਾਨ ਵਿੱਚ WhatsApp ਨਾਂ ਦੀ ਯੂਨੀਵਰਸਿਟੀ ਦਾ ਆਗਮਨ ਹੋਇਆ ਹੈ, ਉਦੋਂ ਤੋਂ ਪੰਡਿਤ ਨਹਿਰੂ ਨੂੰ ਬਾਰ-ਬਾਰ ਇੱਕ ਐਸੇ ਸ਼ਖਸ ਵਜੋਂ ਪੇਸ਼ ਕੀਤਾ ਜਾਂਦਾ ਹੈ ਜੋ ਕਿ ਮੌਜੂਦਾ ਹਿੰਦੁਸਤਾਨ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦੀ ਜੜ ਹੈ। ਮਸਲਨ ਉਹ ਕਿਸ ਤਰ੍ਹਾਂ ਪਟੇਲ ਨੂੰ ਆਪਣੀ ਪਹਿਲੀ ਵਜ਼ਾਰਤ ਵਿੱਚ ਨਹੀਂ ਲੈਣਾ ਚਾਹੁੰਦੇ ਸਨ। ਪਾਕਿਸਤਾਨ ਵਿੱਚ ਇਹ ਮੁਹਾਵਰਾ ਬਾਰ-ਬਾਰ ਦੁਹਰਾਇਆ ਜਾਂਦਾ ਕਿ ਭਾਰਤ ਦੀ ਵੰਡ ਜਿਹਦੇ ਚੋਂ ਪਾਕਿਸਤਾਨ ਹੋਣ ਚ ਆਇਆ ਉਹਦੀ ਜ਼ਿੰਮੇਵਾਰ ਕਾਂਗਰਸ ਸੀ। ਕੁਝ ਹੋਰ ਚੀਜ਼ਾਂ ਕਿ ਮਸਲਨ ਉਹ ਇੱਕ ਅਮੀਰਜ਼ਾਦੇ ਸਨ, ਉਹਨਾਂ ਦੇ ਕੱਪੜੇ ਪੈਰਿਸ ਤੋਂ ਧੁਲ ਕੇ ਆਉਂਦੇ ਸਨ ਔਰ ਉਹਨਾਂ ਦੇ ਬਹੁਤ ਸਾਰੀਆਂ ਔਰਤਾਂ ਨਾਲ ਸੰਬੰਧ ਸਨ। ਸੋ ਮੈਨੂੰ ਲੱਗਾ ਕਿ ਇਹ ਲਾਜ਼ਮੀ ਹੈ ਕਿ ਘੱਟੋ ਘੱਟ ਅੱਜ ਦੇ ਦਿਨ ਇਹ ਵੇਖਿਆ ਜਾਵੇ ਕਿ ਪੰਡਿਤ ਜਵਾਹਰ ਲਾਲ ਨਹਿਰੂ ਦੀ ਸਿਆਸੀ ਵਿਰਾਸਤ ਕੀ ਹੈ ਤੇ ਅੱਜ ਦੇ ਯੁੱਗ 'ਚ ਉਹਨਾਂ ਦੀ ਸਾਰਥਿਕਤਾ ਕੀ ਹੈ। ਪੰਡਿਤ ਨਹਿਰੂ ਨੂੰ ਇੱਕ ਵਾਰ ਕਿਸੇ ਫ੍ਰੈਂਚ ਲੇਖਕ ਨੇ ਪੁੱਛਿਆ ਸੀ ਕਿ ਉਹਨਾਂ ਦੀ ਜ਼ਿੰਦਗੀ ਦੇ ਦੋ ਸਭ ਤੋਂ ਔਖੇ ਕੰਮ ਕਿਹੜੇ ਸਨ, ਤਾਂ ਉਹਨਾਂ ਦਾ ਜਵਾਬ ਸੀ ਕਿ ਪਹਿਲਾ ਕੰਮ ਟੂ ਕ੍ਰੀਏਟ ਅ ਜਸਟ ਕੰਟਰੀ ਬਾਏ ਜਸਟ ਮੀਨਸ, ਇੱਕ ਸਹੀ ਰਾਹ ਚੁਣ ਕੇ ਇੱਕ ਸਹੀ ਮੁਲਕ ਦਾ ਨਿਰਮਾਣ ਕਰਨਾ, ਤੇ ਦੂਸਰਾ ਕਿ ਇੱਕ ਐਸਾ ਮੁਲਕ ਜੋ ਸਿਰ ਤੋਂ ਲੈ ਕੇ ਪੈਰਾਂ ਤੱਕ ਧਾਰਮਿਕ ਹੈ, ਐਸੇ ਮੁਲਕ 'ਚ ਸੈਕੂਲਰਵਾਦ ਨੂੰ ਉਸ ਮੁਲਕ ਦੀ ਬੁਨਿਆਦ ਬਣਾਉਣਾ। ਪੰਡਿਤ ਨਹਿਰੂ ਦੀ ਸਿਆਸੀ ਸਾਰਥਿਕਤਾ ਬਾਰੇ ਗੱਲ ਕਰਦਿਆਂ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਪੰਡਿਤ ਨਹਿਰੂ ਉਸ ਦੌਰ ਦੀ ਉਪਜ ਸਨ ਜਿੱਥੇ ਡੈਮੋਕ੍ਰੇਸੀ ਹਿਟਲਰ ਅਤੇ ਮੁਸੋਲਿਨੀ ਵਰਗੇ ਲੋਕ ਪੈਦਾ ਕਰ ਰਹੀ ਸੀ। ਪਰ ਇਸ ਸਭ ਕਾਸੇ ਦੇ ਬਾਵਜੂਦ ਵੀ ਇਸ ਗੱਲ ਵਿੱਚ ਦ੍ਰਿੜ ਵਿਸ਼ਵਾਸ ਰੱਖਣਾ ਕਿ ਹਿੰਦੁਸਤਾਨ ਦੇ ਲੋਕਾਂ ਦੀ ਤਰੱਕੀ ਦਾ ਜਿਹੜਾ ਰਾਹ ਵਾ ਉਹ ਡੈਮੋਕ੍ਰੇਸੀ 'ਚ ਪਿਆ ਹੋਇਆ ਹੈ, ਇਹ ਆਪਣੇ ਆਪ 'ਚ ਉਹਨਾਂ ਦੀ ਉਸ ਦੌਰ ਦੀ ਸਭ ਤੋਂ ਵੱਡੀ ਖੂਬੀ ਸੀ। ਔਰ ਜਿੱਥੇ ਇਹ ਗੱਲ ਕਰਦੇ ਨੇ ਕਿ ਇੱਕ ਸਹੀ ਰਾਹ ਲੈ ਕੇ ਸਹੀ ਮੁਲਕ ਦਾ ਨਿਰਮਾਣ ਕਰਨਾ, ਤਾਂ ਸਾਡੀ ਸੋਚ ਦਾ ਆਪ ਮੁਹਾਰੇ ਪਾਕਿਸਤਾਨ ਵੱਲ ਮੁੜ ਜਾਣਾ ਸੁਭਾਵਿਕ ਹੈ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਜਿਨਾਹ ਵੀ ਆਪਣੀ ਜਾਤੀ ਜ਼ਿੰਦਗੀ ਵਿੱਚ ਬੇਹੱਦ ਸੈਕੂਲਰ ਸਨ, ਜਦੋਂ ਉਹ ਮਜ਼ਹਬ ਦੇ ਆਧਾਰ ਤੇ ਇੱਕ ਨਵਾਂ ਮੁਲਕ ਹੋਂਦ ਵਿੱਚ ਲੈ ਆਉਂਦੇ ਨੇ ਤਾਂ ਉਸ ਤੋਂ ਬਾਅਦ ਉਹ ਆਪਣੀ ਸਪੀਚ ਆਖਦੇ ਨੇ ਕਿ ਉਹਨਾਂ ਦੀ ਇੱਛਾ ਹੈ ਕਿ ਉਹ ਮੁਲਕ ਕਿਸੇ ਨਾਲ ਧਰਮ, ਰੰਗ, ਜਾਤੀ ਦੇ ਆਧਾਰ ਤੇ ਭੇਦਭਾਵ ਨਾ ਕਰੇ। ਪਰ ਜਿਨ੍ਹਾਂ ਇਹ ਸਭ ਕਾਸੇ ਦੇ ਬਾਵਜੂਦ ਇੱਕ ਐਸਾ ਮੁਲਕ ਕਿਉਂ ਨਹੀਂ ਉਸਾਰ ਸਕੇ, ਉਸ ਦਾ ਇੱਕ ਵੱਡਾ ਕਾਰਨ ਸੀ ਕਿ ਜਿਸ ਤਰੀਕੇ ਨਾਲ ਉਹਨਾਂ ਨੇ ਮੁਲਕ ਹਾਸਲ ਕੀਤਾ, ਜਿਹੜੀਆਂ ਤਾਕਤਾਂ ਨੂੰ ਉਹਨਾਂ ਨੇ ਉਭਾਰ ਕੇ ਉਹ ਮੁਲਕ ਹਾਸਲ ਕੀਤਾ, ਉਹਨਾਂ ਤਾਕਤਾਂ ਨੇ ਕਦੇ ਵੀ ਉਸ ਮੁਲਕ ਨੂੰ ਸੈਕੂਲਰ ਨਹੀਂ ਸੀ ਰਹਿਣ ਦੇਣਾ। ਸੋ ਇਸ ਕਰਕੇ ਪੰਡਿਤ ਨਹਿਰੂ ਦੀ ਇਹ ਸੋਚ ਕਿ ਉਹਨਾਂ ਨੇ ਇੱਕ ਸਹੀ ਰਾਹ ਲੈ ਕੇ ਇੱਕ ਸਹੀ ਮੁਲਕ ਦੀ ਬੁਨਿਆਦ ਰੱਖੀ, ਇਹ ਆਪਣੇ ਆਪ ਵਿੱਚ ਇੱਕ ਬਹੁਤ ਅਹਿਮ ਗੱਲ ਹੈ। ਉਹਨਾਂ ਦੀ ਸਿਆਸੀ ਵਿਰਾਸਤ ਦੀ ਦੂਸਰੀ ਸਭ ਤੋਂ ਵੱਡੀ ਖੂਬੀ ਕਿ ਉਹਨਾਂ ਨੇ ਹਿੰਦੁਸਤਾਨ ਦੇ ਲੋਕਾਂ ਨੂੰ ਡੈਮੋਕ੍ਰੇਸੀ ਦਿੱਤੀ ਤੇ ਲੋਕਾਂ ਨੂੰ ਆਪਣੇ ਨੁਮਾਇੰਦੇ ਚੁਣਨ ਦਾ ਅਧਿਕਾਰ ਦਿੱਤਾ। ਉਹਨਾਂ ਦੇ ਦਿਮਾਗ ਵਿੱਚ ਸ਼ੁਰੂ ਤੋਂ ਹੀ ਸਪਸ਼ਟ ਸੀ ਕਿ ਲੋਕਾਂ ਉੱਤੇ ਰਾਜ ਕਰਨ ਵਾਲੇ ਲੋਕਾਂ ਦੁਆਰਾ ਹੀ ਚੁਣੇ ਹੋਏ ਜਾਣੇ ਚਾਹੀਦੇ ਹਨ। ਮਤਲਬ ਕਿ ਲੋਕਾਂ ਦੀ ਕੰਸੈਂਟ ਉਹਦੇ ਵਿੱਚ ਜ਼ਰੂਰ ਸ਼ਾਮਲ ਹੋਵੇ ਕਿ ਉਹਨਾਂ ਤੇ ਰਾਜ ਕਿਸ ਨੇ ਕਰਨਾ ਹੈ। ਔਰ ਇਹਦੇ ਲਈ ਉਹਨਾਂ ਨੇ ਪਹਿਲੇ ਦਿਨ ਤੋਂ ਹੀ ਹਰ ਇੱਕ ਹਿੰਦੁਸਤਾਨੀ ਨੂੰ ਵੋਟ ਦਾ ਅਧਿਕਾਰ ਦਿੱਤਾ। ਇੱਥੇ ਇਹ ਗੱਲ ਬਹੁਤ ਜ਼ਿਕਰਯੋਗ ਹੈ ਕਿ ਵੈਸਟਰਨ ਡੈਮੋਕ੍ਰੇਸੀ ਵਿੱਚ ਜਦੋਂ ਵੋਟ ਦਾ ਅਧਿਕਾਰ ਦਿੱਤਾ ਜਾਂਦਾ ਤਾਂ ਉਹ ਕੁਝ ਵਰਗਾਂ ਨੂੰ ਪਹਿਲਾਂ ਦਿੱਤਾ ਗਿਆ ਤੇ ਉਸ ਤੋਂ ਬਾਅਦ ਉਹਦੇ ਵਿੱਚ ਹੋਰ ਵਰਗ ਸ਼ਾਮਿਲ ਕੀਤੇ ਗਏ। ਮਸਲਨ ਇੰਗਲੈਂਡ ਵਿੱਚ 1920 ਦੇ ਕਰੀਬ ਆ ਕੇ ਜਿਹੜੀਆਂ ਔਰਤਾਂ ਨੂੰ ਵੋਟ ਦਾ ਅਧਿਕਾਰ ਮਿਲਦਾ। ਜੇ ਅਮਰੀਕਾ ਦੀ ਉਦਾਹਰਨ ਲੈਣੀ ਹੋਵੇ ਤਾਂ ਅਮਰੀਕਾ 'ਚ 1960ਵਿਆਂ ਵਿੱਚ ਵੀ ਜਿਹੜੇ ਉੱਥੋਂ ਦੇ ਅਫਰੀਕਨ ਡਿਸੈਂਟ ਦੇ ਲੋਕ ਸਨ, ਅਮਰੀਕਨ ਬਲੈਕਸ, ਉਹ ਆਪਣੇ ਜਮਹੂਰੀ ਹੱਕਾਂ ਲਈ ਸੰਘਰਸ਼ ਕਰ ਰਹੇ ਸਨ। ਪਰ ਇਸ ਸਭ ਕਾਸੇ ਦੀ ਬੈਕਗਰਾਊਂਡ 'ਚ ਇਹ ਗੱਲ ਬਹੁਤ ਅਹਿਮ ਹੋ ਜਾਂਦੀ ਹੈ ਕਿ ਜਦੋਂ ਹਿੰਦੁਸਤਾਨ ਇੱਕ ਰਿਪਬਲਿਕ ਬਣਦਾ, ਇੱਕ ਗਣਤੰਤਰ ਬਣਦਾ, ਤਾਂ ਸਾਰਿਆਂ ਨੂੰ ਹੀ ਵੋਟ ਦਾ ਅਧਿਕਾਰ, ਔਰ ਇਹ ਜਾਣਦਿਆਂ ਹੋਇਆਂ ਕਿ ਉਸ ਮੁਲਕ ਵਿੱਚ ਜਿਹੜੀ ਸਾਖਰਤਾ ਦਰ ਉਸ ਵਕਤ ਉਹ 14% ਦੇ ਲਾਗੇ ਬੰਨੇ ਹੀ ਸੀ। ਇਸ ਗੱਲ ਦਾ ਜ਼ਿਕਰ ਵੀ ਜ਼ਰੂਰੀ ਹੈ, ਡਾਕੂਮੈਂਟਡ ਇਤਿਹਾਸ ਦਾ ਹਿੱਸਾ ਹੈ ਕਿ ਜਦੋਂ ਪਹਿਲੀ ਵਾਰ ਵੋਟਰਾਂ ਨੂੰ ਰਜਿਸਟਰ ਕੀਤਾ ਗਿਆ, ਖਾਸ ਕਰ ਔਰਤਾਂ ਨੂੰ ਰਜਿਸਟਰ ਕੀਤਾ ਗਿਆ, ਤਾਂ ਉਹਦੇ ਵਿੱਚੋਂ 28 ਲੱਖ ਦੇ ਕਰੀਬ ਵੋਟਾਂ ਕੱਟਣੀਆਂ ਪਈਆਂ। ਉਸ ਦਾ ਇੱਕ ਕਾਰਨ ਸੀ ਕਿ ਬਹੁਤ ਸਾਰੀਆਂ ਔਰਤਾਂ ਨੇ ਆਪਣੇ ਆਪ ਨੂੰ ਆਪਣੇ ਪਤੀ ਜਾਂ ਬੱਚਿਆਂ ਦਾ ਨਾਂ ਲੈ ਕੇ ਦਰਜ ਕਰਵਾਇਆ ਹੋਇਆ ਸੀ। ਔਰ ਉਹਨਾਂ ਵੇਲਿਆਂ 'ਚ ਇਹ ਵਿਸ਼ਵਾਸ ਰੱਖਣਾ ਕਿ ਡੈਮੋਕ੍ਰੇਸੀ ਤੇ ਵੋਟ ਦੀ ਵਰਤੋਂ ਕਰਕੇ ਆਪਣੇ ਨੁਮਾਇੰਦੇ ਚੁਣਨ ਦਾ ਅਧਿਕਾਰ ਕਿੰਨਾ ਜ਼ਰੂਰੀ ਹੈ,
ਔਰ ਉਹ ਇਸ ਮੁਲਕ ਦੀ ਬੁਨਿਆਦ 'ਚ ਸ਼ਾਮਿਲ ਕਰਨਾ, ਇਹ ਨਹਿਰੂ ਦੀ ਹਿੰਦੁਸਤਾਨ ਨੂੰ ਬਹੁਤ ਵੱਡੀ ਦੇਣ। ਉਹਨਾਂ ਦੀ ਤੀਸਰੀ ਸਭ ਤੋਂ ਵੱਡੀ ਖੂਬੀ, ਇਹਦਾ ਹੋਰ ਵੀ ਬਹੁਤ ਸਾਰੇ ਲੋਕ, ਬਹੁਤ ਸਾਰੇ ਇਤਿਹਾਸਕਾਰ ਜ਼ਿਕਰ ਕਰ ਚੁੱਕੇ ਨੇ, ਉਹ ਹੈ ਮੁਲਕ ਦੀਆਂ ਵਿਭਿੰਨਤਾਵਾਂ ਨੂੰ, ਮੁਲਕ ਦੀ ਡਾਇਵਰਸਿਟੀ ਨੂੰ ਰੈਕੋਗਨਾਈਜ਼ ਕਰਨਾ ਤੇ ਉਹਨਾਂ ਨੂੰ ਉਹਨਾਂ ਦੀ ਬਣਦੀ ਥਾਂ ਦੇਣੀ। ਇੱਥੇ ਇਸ ਗੱਲ ਦਾ ਜ਼ਿਕਰ ਬਹੁਤ ਅਹਿਮ ਹੈ ਕਿ ਜਦੋਂ ਹਿੰਦੁਸਤਾਨ ਆਜ਼ਾਦ ਹੁੰਦਾ ਤਾਂ ਜਿਹੜੇ ਪੱਛਮ ਦੇ ਬਹੁਤ ਸਾਰੇ ਹਿਸਟੋਰੀਅਨ ਜਾਂ ਪੋਲੀਟੀਕਲ ਕਮੈਂਟੇਟਰ ਸਨ, ਉਹ ਹਿੰਦੁਸਤਾਨ ਨੂੰ ਬਹੁਤ ਜ਼ਿਆਦਾ ਮੌਕੇ ਨਹੀਂ ਸਨ ਦੇ ਰਹੇ। ਉਹਨਾਂ ਬਹੁਤ ਸਾਰਿਆਂ ਦੇ ਦਿਮਾਗਾਂ 'ਚ ਇਸ ਗੱਲ ਬਾਰੇ ਸੰਸ਼ੇ ਸਨ ਕਿ ਹਿੰਦੁਸਤਾਨ ਵਿੱਚ ਵਿਭਿੰਨਤਾਵਾਂ ਇੰਨੀਆਂ ਵੱਡੀਆਂ ਹਨ ਕਿ ਇਸ ਮੁਲਕ ਦਾ ਇਕੱਠਾ ਰਹਿ ਸਕਣਾ ਅਸੰਭਵ ਹੈ। ਹਾਲਾਂਕਿ ਪਾਕਿਸਤਾਨ ਉਹਨਾਂ ਦੇ ਨਜ਼ਰੀਏ ਵਿੱਚ ਇੱਕ ਜ਼ਿਆਦਾ ਸੰਗਠਿਤ ਮੁਲਕ ਸੀ, ਕਿਉਂਕਿ ਉਹ ਇਹ ਸਮਝਦੇ ਸਨ ਕਿ ਮਜ਼ਹਬ ਦੇ ਆਧਾਰ ਤੇ ਹੋਂਦ 'ਚ ਆਇਆ ਮੁਲਕ, ਉਹਦੇ ਵਿੱਚ ਵਿਭਿੰਨਤਾਵਾਂ ਉਨੀਆਂ ਵੱਡੀਆਂ ਨਹੀਂ ਆ। ਪਰ ਸਾਡੇ ਸਾਹਮਣੇ ਇਹ ਗੱਲ ਉਦਾਹਰਨ ਹੈ ਕਿ ਮਜ਼ਹਬ ਦੇ ਆਧਾਰ ਤੇ ਬਣਿਆ ਪਾਕਿਸਤਾਨ ਕਿਸ ਆਧਾਰ ਤੇ ਟੁੱਟ ਜਾਂਦਾ? ਜ਼ੁਬਾਨ ਦੇ ਆਧਾਰ ਤੇ। ਔਰ ਭਾਰਤ 'ਚ ਜਦੋਂ ਸੰਵਿਧਾਨ ਲਿਖਿਆ ਜਾਂਦਾ ਤਾਂ ਉਹ ਕਿਸੇ ਵੀ ਭਾਸ਼ਾ ਨੂੰ ਦੂਜੀਆਂ ਭਾਸ਼ਾਵਾਂ ਤੇ ਥੋਪਣ ਦੀ ਬਜਾਏ ਉਹ ਭਾਰਤ ਦੀ ਜਿਹੜੀ ਹਰ ਇੱਕ ਵੱਡੀ ਭਾਸ਼ਾ ਉਹਨੂੰ ਰੈਕੋਗਨੀਸ਼ਨ ਦਿੱਤੀ ਜਾਂਦੀ ਆ। ਔਰ ਇਹ ਆਪਣੇ ਆਪ 'ਚ ਇੱਕ ਬੜੀ ਖੂਬਸੂਰਤੀ ਸੀ। ਔਰ ਸ਼ਾਇਦ ਇਹੀ ਕਾਰਨ ਆ ਕਿ ਆਜ਼ਾਦੀ ਤੇ 75 ਸਾਲ ਤੋਂ ਵੱਧ ਸਮੇਂ ਤੋਂ ਬਾਅਦ ਅੱਜ ਭਾਰਤ ਉਸ ਸਥਿਤੀ 'ਚ ਉਹ ਕਿਤੇ ਵੱਧ ਮਜ਼ਬੂਤ ਮੁਲਕ ਆ ਜੋ ਕਿ ਆਜ਼ਾਦੀ ਦੇ ਵਕਤ ਸੀ। ਪੰਡਿਤ ਨਹਿਰੂ ਦੀ ਸਿਆਸੀ ਵਿਰਾਸਤ ਦੀ ਇੱਕ ਹੋਰ ਵੱਡੀ ਖੂਬੀ ਇਸ ਮੁਲਕ ਨੂੰ ਇੱਕ ਸਾਇੰਟੀਫਿਕ ਟੈਂਪਰ ਦੇਣਾ, ਕਿ ਵਿਗਿਆਨ ਨੂੰ ਲੋਕਾਂ ਦੀ ਰੋਜ਼ਮर्रा ਦੀ ਜ਼ਿੰਦਗੀ ਦਾ ਹਿੱਸਾ ਬਣਾ ਦੇਣਾ। ਇਸ ਬਾਬਤ ਸਭ ਤੋਂ ਵੱਡੀ ਉਦਾਹਰਣ ਹਿੰਦੁਸਤਾਨ 'ਚ ਜਦੋਂ ਡੈਮ ਉਸਰਦੇ ਨੇ ਤਾਂ ਉਹਨਾਂ ਨੇ ਆਮ ਲੋਕਾਂ ਦੀ ਰੋਜ਼ਮर्रा ਦੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕੀਤਾ, ਇਹ ਇੱਕ ਬਹੁਤ ਵੱਡੀ ਉਦਾਹਰਣ ਆ। ਅੱਜ ਹਿੰਦੁਸਤਾਨ ਦੇ ਬਹੁਤ ਸਾਰੇ IIT ਵਰਗੇ ਅਦਾਰੇ ਜਦੋਂ ਦੁਨੀਆ ਭਰ ਵਿੱਚ ਰੈਕੋਗਨਾਈਜ਼ਡ ਨੇ ਤਾਂ ਇਸ ਦਾ ਸਿਹਰਾ ਵੀ ਉਸ ਵਕਤ ਦੇ ਲੀਡਰਸ਼ਿਪ ਨੂੰ ਜਾਂਦਾ ਕਿ ਉਹਨਾਂ ਵਿੱਚ ਇਹ ਵਿਜ਼ਨ ਸੀ ਕਿ ਉਹਨਾਂ ਨੇ ਇਹਨਾਂ ਅਦਾਰਿਆਂ ਦੀ ਨੀਂਹ ਰੱਖੀ। ਔਰ ਮੈਨੂੰ ਆਪਣੇ ਆਪ 'ਚ ਇੱਕ ਬੜੀ ਫੈਸੀਨੇਟਿੰਗ ਗੱਲ ਲੱਗਦੀ ਹੈ ਕਿ ਇੱਕ ਸਿਰ ਤੋਂ ਲੈ ਕੇ ਪੈਰਾਂ ਤੱਕ ਧਾਰਮਿਕ ਮੁਲਕ, ਉਹਦੇ 'ਚ ਖੜੇ ਹੋ ਕੇ ਕਹਿਣਾ ਕਿ ਇਸ ਮੁਲਕ ਦੇ ਨਵੇਂ ਭਾਰਤ ਦੇ ਜਿਹੜੇ ਮੰਦਿਰ ਤੇ ਗੁਰਦੁਆਰੇ, ਇਸ ਦੇ ਡੈਮ, ਕਾਰਖਾਨੇ ਅਤੇ ਫੈਕਟਰੀਆਂ ਨੇ, ਕਿ ਇਹ ਗੱਲ ਇਹ ਦੱਸਦੀ ਹੈ ਕਿ ਕਿਸੇ ਲੀਡਰ ਦਾ ਜੋ ਕੁਝ ਉਹ ਕਰਦਾ ਉਹਦੇ 'ਚ ਕਨਵਿਕਸ਼ਨ ਹੋਣੀ ਕਿੰਨੀ ਜ਼ਰੂਰੀ। ਨਹਿਰੂ ਦੀ ਸਿਆਸੀ ਵਿਰਾਸਤ ਦਾ ਇੱਕ ਹੋਰ ਅਹਿਮ ਪੱਖ ਉਹਨਾਂ ਦਾ ਮੁਲਕ ਨੂੰ ਇੱਕ ਸੈਂਟਰਲਾਈਜ਼ਡ ਪਲੈਨਿੰਗ ਇਕਨੋਮੀ ਦੇਣਾ, ਕਿ ਜਿੱਥੇ ਯੋਜਨਾਬੰਦੀ ਇੱਕ ਕੇਂਦਰੀਕ੍ਰਿਤ ਤਰੀਕੇ ਨਾਲ ਕੀਤੀ ਜਾਂਦੀ ਹੈ। ਜਦੋਂ ਨਹਿਰੂ ਨੇ ਇਹ ਰਾਹ ਚੁਣਿਆ ਤਾਂ ਉਹਨਾਂ ਸਾਹਮਣੇ 2-3 ਮਹੱਤਵਪੂਰਨ ਜਿਹੜੀਆਂ ਉਦਾਹਰਨਾਂ ਸੀ। ਅਮਰੀਕਾ ਦੀ ਉਦਾਹਰਨ ਸੀ, ਜਿੱਥੇ ਅਮਰੀਕਾ 1930 ਦੇ ਡਿਪਰੈਸ਼ਨ ਚੋਂ ਬਾਹਰ ਆਉਣ ਲਈ ਉਹ ਸਰਕਾਰੀ ਖਰਚੇ ਦੀ, ਗਵਰਨਮੈਂਟ ਸਪੈਂਡਿੰਗ ਦੀ ਮਦਦ ਲੈਂਦਾ। ਔਰ ਦੂਸਰਾ ਦੂਜੀ ਵਿਸ਼ਵ ਜੰਗ ਤੋਂ ਬਾਅਦ UK ਦੀ ਉਦਾਹਰਨ ਸੀ ਕਿ ਜਿੱਥੇ ਉਹ ਕੇਨਜ਼ੀਅਨ ਇਕਨੋਮਿਕਸ ਦਾ ਇਸਤੇਮਾਲ ਕਰਦੇ ਆ ਕੁਝ ਸੈਕਟਰ ਵਿੱਚ ਇਨਵੈਸਟਮੈਂਟ ਇੰਜੈਕਟ ਕਰਨ ਲਈ। ਤੇ ਤੀਸਰਾ ਉਹਨਾਂ ਸਾਹਮਣੇ ਸੋਵੀਅਤ ਰੂਸ ਦਾ ਮਾਡਲ ਸੀ। ਔਰ ਉਹ ਇਸ ਗੱਲ ਤੋਂ ਬਹੁਤ ਪ੍ਰਭਾਵਿਤ ਸਨ ਕਿ ਜਿਸ ਤਰ੍ਹਾਂ ਸੋਵੀਅਤ ਰੂਸ ਨੇ 1917 ਦੀ ਬੋਲਸ਼ੇਵਿਕ ਰੈਵੋਲੂਸ਼ਨ ਤੋਂ ਬਾਅਦ ਫੈਕਟਰੀਆਂ ਤੇ ਆਪਣਾ ਫੋਕਸ ਕੀਤਾ, ਹੈਵੀ ਇੰਡਸਟਰੀ ਤੇ ਆਪਣਾ ਫੋਕਸ ਕੀਤਾ, ਤੇ ਉਹਦੀ ਬੁਨਿਆਦ ਤੇ ਉਹ ਸਭ ਕਾਸੇ ਨੇ ਲੋਕਾਂ ਦੀ ਜਿਹੜੀ ਰੋਜ਼ਮर्रा ਦੀ ਜ਼ਿੰਦਗੀ ਵਿੱਚ ਤਬਦੀਲੀ ਲਿਆਂਦੀ। ਉਹਨਾਂ ਨੂੰ ਇਹ ਲੱਗਦਾ ਸੀ ਕਿ ਇਹ ਜਿਹੜਾ ਇੱਕ ਮਾਡਲ ਉਹ ਰੈਪਲੀਕੇਟ ਕੀਤਾ ਜਾ ਸਕਦਾ। ਇੱਥੇ ਇਹ ਗੱਲ ਵੀ ਅਹਿਮ ਹੈ ਕਿ ਉਹਨਾਂ ਨੇ ਰੂਸ ਕੋਲੋਂ ਜਦੋਂ ਆਰਥਿਕ ਮਾਡਲ ਉਧਾਰਾ ਲਿਆ ਜਾਂ ਆਰਥਿਕ ਮਾਡਲ ਕਾਪੀ ਕੀਤਾ ਤਾਂ ਉਹਨਾਂ ਦਾ ਗਵਰਨੈਂਸ ਮਾਡਲ ਕਾਪੀ ਨਹੀਂ ਕੀਤਾ ਕਿ ਜਿੱਥੇ ਸਿਰਫ ਇੱਕ ਹੀ ਪਾਰਟੀ ਦੀ ਹੁਕੂਮਤ। ਉਹਨਾਂ ਨੂੰ ਪਤਾ ਸੀ ਕਿ ਹਿੰਦੁਸਤਾਨ ਨੇ ਜੇ ਸਿਆਸੀ ਤੌਰ ਉੱਤੇ ਤਰੱਕੀ ਕਰਨੀ ਆ ਤਾਂ ਇਹਦੇ ਵਿੱਚ ਸਾਰੀਆਂ ਪਾਰਟੀਆਂ ਦੀ, ਸਾਰੀਆਂ ਧਿਰਾਂ ਦੀ ਸ਼ਮੂਲੀਅਤ ਜਿਹੜੀ ਬਹੁਤ ਜ਼ਰੂਰੀ ਹੈ। ਔਰ ਇਹਦੇ ਨਾਲ ਇੱਕ ਜੁੜਦੀ ਗੱਲ ਕਰ ਦੇਣੀ ਵੀ ਜ਼ਰੂਰੀ ਹੈ ਕਿ ਜਦੋਂ ਹਿੰਦੁਸਤਾਨ ਆਜ਼ਾਦ ਹੁੰਦਾ ਤਾਂ ਉਹਨਾਂ ਨੇ ਜਦੋਂ ਜਿਹੜੀ ਸੰਵਿਧਾਨ ਘੜਨ ਵਾਲੀ ਸਭਾ ਵਾ ਉਹਦੇ 'ਚ ਸਿਰਫ ਤੇ ਸਿਰਫ ਕਾਂਗਰਸ ਦੇ ਨੁਮਾਇੰਦੇ ਹੀ ਸ਼ਾਮਲ ਨਹੀਂ ਕੀਤੇ। ਉਹਦੇ 'ਚ 2 ਪ੍ਰਮੁੱਖ ਸ਼ਖਸੀਅਤਾਂ, ਜਿਨ੍ਹਾਂ 'ਚ ਡਾਕਟਰ ਭੀਮ ਰਾਓ ਅੰਬੇਦਕਰ, ਉਹ ਕਾਂਗਰਸ ਦਾ ਹਿੱਸਾ ਨਹੀਂ ਸਨ, ਪਰ ਉਹਨਾਂ ਨੂੰ ਉਸ ਸੰਵਿਧਾਨ ਘੜਨ ਵਾਲੀ ਸਭਾ 'ਚ ਲਿਆਂਦਾ ਗਿਆ। ਇਸ ਤਰ੍ਹਾਂ ਸ਼ਿਆਮਾ ਪ੍ਰਸਾਦ ਮੁਖਰਜੀ ਵੀ ਉਸ ਕਾਂਗਰਸ ਦਾ ਹਿੱਸਾ ਨਹੀਂ ਸਨ। ਉਹਨਾਂ ਨੂੰ ਲਿਆਂਦਾ ਗਿਆ ਕਿਉਂਕਿ ਪੰਡਿਤ ਨਹਿਰੂ ਇਹ ਚਾਹੁੰਦੇ ਸਨ ਕਿ ਇਹ ਜਿਹੜੀ ਹਿੰਦੁਸਤਾਨ ਦਾ ਭਵਿੱਖ ਦਾ ਨਿਰਮਾਣ ਆ ਉਹਦੇ ਵਿੱਚ ਸਾਰੀਆਂ ਧਿਰਾਂ ਤੇ ਸੁਰਾਂ ਜਿਹੜੀਆਂ ਉਹ ਸ਼ਾਮਿਲ ਕੀਤੀਆਂ ਜਾਣ। ਇਹ ਇਸ ਗੱਲ ਦੀ ਸ਼ਾਦੀ ਵੀ ਦਿੰਦਾ ਕਿ ਉਹ ਇੱਕ ਪੱਧਰ ਤੇ ਉਹ ਕਿੱਡੇ ਵੱਡੇ ਡੈਮੋਕ੍ਰੇਟ ਵੀ ਸਨ। ਇਹ ਸਾਰੇ ਨੁਕਤੇ ਜਿਹੜੀ ਪੰਡਿਤ ਨਹਿਰੂ ਦੀ, ਉਹਨਾਂ ਦੀ ਸਿਆਸੀ ਵਿਰਾਸਤ ਦੀਆਂ ਜਿਹੜੇ ਚੰਗੇ ਪੱਖ ਉਹਨਾਂ ਨੂੰ ਉਭਾਰਦੇ ਆ। ਪਰ ਇਹਦੇ ਬਾਵਜੂਦ ਉਹਨਾਂ ਨਾਲ ਜਾਂ ਉਹਨਾਂ ਦੀ ਸਿਆਸੀ ਵਿਰਾਸਤ ਵਿੱਚ ਬਹੁਤ ਸਾਰੇ ਫੇਲੀਅਰਸ ਵੀ ਨੇ। ਉਹਨਾਂ ਅਸਫਲਤਾਵਾਂ ਦਾ ਇੱਕ ਬਹੁਤ ਸੰਖੇਪ ਵਿੱਚ ਜ਼ਿਕਰ ਜ਼ਰੂਰ ਕਰਾਂਗੇ। ਉਹਨਾਂ ਦੀ ਜਿਹੜੀ ਸਭ ਤੋਂ ਵੱਡੀ ਅਸਫਲਤਾ ਜਿਹੜੀ ਗਿਣੀ ਜਾਂਦੀ ਆ ਉਹ
1962-63 ਦੀ ਜਿਹੜੀ ਚੀਨ ਨਾਲ ਜੰਗ ਆ। ਔਰ ਇਸ ਨੂੰ ਦੋ ਪੱਖਾਂ ਤੇ ਵਿਚਾਰਿਆ ਜਾਂਦਾ ਕਿ ਇੱਕ ਤਾਂ ਇਹ ਕਿ ਉਹ ਇਹ ਐਂਟੀਸਪੇਟ ਹੀ ਨਹੀਂ ਕਰ ਸਕੇ, ਉਹ ਇਸ ਦੀ ਕੰਸੋਈ ਨਹੀਂ ਲੈ ਸਕੇ ਕਿ ਕੱਲ ਨੂੰ ਚੀਨ ਨਾਲ ਜਿਹੜਾ ਉਹਨਾਂ ਦਾ ਕਿ ਚੀਨ ਭਾਰਤ ਤੇ ਹਮਲਾ ਵੀ ਕਰ ਸਕਦਾ। ਸੋ ਪਹਿਲਾਂ ਤਾਂ ਉਹ ਇਸ ਦੀ ਕੋਈ ਕਿਸੇ ਵੀ ਅਗਾਊਂ ਇਸ਼ਾਰੇ ਨੂੰ ਸਮਝਣ ਦੇ ਅਸਮਰਥ ਰਹੇ, ਜਿਹੜੀ ਕਿ ਉਹਨਾਂ ਦੀ ਫੋਰਨ ਪਾਲਿਸੀ ਦਾ ਇੱਕ ਬਹੁਤ ਵੱਡਾ ਫੇਲਰ ਗਿਣਿਆ ਜਾਂਦਾ। ਦੂਸਰਾ ਇਸ ਲੈਵਲ ਤੇ ਕਿ ਜਦੋਂ ਜੰਗ ਚੱਲ ਰਹੀ ਹੈ ਜਾਂ ਜੰਗ ਵਾਲੇ ਸਾਲ ਨੇ ਤਾਂ ਉਹਨਾਂ ਦੇ ਥੱਲੇ ਜਿਹੜੀ ਚੇਨ ਆਫ ਕਮਾਂਡ ਉਹ ਇੱਕ ਬਹੁਤ ਤਿੱਤਰ ਬਿੱਤਰ ਜਾਂ ਬਿਖਰੀ ਹੋਈ ਨਜ਼ਰ ਆਉਂਦੀ ਆ ਕਿ ਉਹਨਾਂ ਦਾ ਡਿਫੈਂਸ ਮਿਨਿਸਟਰ ਕੀ ਕਰ ਰਿਹਾ ਜਾਂ ਉਹਨਾਂ ਦੇ ਜਰਨੈਲ ਜਿਹੜੇ ਆਪਸ ਵਿੱਚ ਕਿਸ ਤਰ੍ਹਾਂ ਦੀਆਂ ਖੇਡਾਂ ਖੇਡ ਰਹੇ ਨੇ। ਸੋ ਇਹ ਇੱਕ ਪੰਡਿਤ ਨਹਿਰੂ ਦੀ ਸਭ ਤੋਂ ਵੱਡੀ ਸਫਲਤਾ ਜਿਹੜੀ 1962 ਦੀ ਚੀਨ ਨਾਲ ਜੰਗ ਆ। ਉਹਨਾਂ ਦੀ ਦੂਸਰੀ ਸਭ ਤੋਂ ਵੱਡੀ ਸਫਲਤਾ ਕਸ਼ਮੀਰ ਮਿਥੀ ਜਾਏਗੀ, ਇੱਕ ਐਸਾ ਮਸਲਾ ਜਿਨਨੇ ਇਸ ਬਰੇ ਸਗੀਰ 'ਚ ਦੋ ਮੁਲਕਾਂ ਦੇ ਵਿਚਕਾਰ ਹਮੇਸ਼ਾ ਹੀ ਇੱਕ ਸੇਧ ਦਾ ਤਕਲਾ ਗੱਡ ਦਿੱਤਾ ਔਰ ਇਹ ਮਸਲਾ ਅੱਜ ਵੀ ਜੀਂਦਾ ਔਰ ਜਿਸ ਦਾ ਖਮਿਆਜਾ ਆਉਣ ਵਾਲੀਆਂ ਕਈ ਨਸਲਾਂ ਭੁਗਤ ਚੁੱਕੀਆਂ ਨੇ ਤੇ ਆਉਣ ਵਾਲੀਆਂ ਨਸਲਾਂ ਵੀ ਭੁਗਤਦੀਆਂ ਰਹਿਣਗੀਆਂ। ਹਾਲਾਂਕਿ ਇਸ ਬਾਰੇ ਹੋਰ ਵਿਸਤਾਰ 'ਚ ਕਿਤੇ ਗੱਲ ਕਰਾਂਗੇ ਕਿ ਇਸ ਸਭ ਕਾਸੇ ਲਈ ਕੀ ਸਿਰਫ ਨਹਿਰੂ ਨੂੰ ਦੋਸ਼ੀ ਠਹਿਰਾਇਆ ਜਾ ਸਕਦਾ, ਪਰ ਪ੍ਰਾਈਮਾ ਫੇਸਾਈ ਦੇਖਣ 'ਚ ਇਹ ਲੱਗਦਾ ਕਿ ਕਸ਼ਮੀਰ ਦਾ ਮਸਲਾ ਵੀ ਉਹਨਾਂ ਦੇ ਫੇਲਿਅਰ 'ਚ ਸ਼ੁਮਾਰ ਕੀਤਾ ਜਾਂਦਾ ਹੈ ਤੇ ਕੀਤਾ ਜਾਵੇਗਾ। ਔਰ ਤੀਸਰੀ ਉਹਨਾਂ ਦੀ ਵੱਡੀ ਸਫਲਤਾ ਉਹ ਜਿਹਦੇ ਬਾਰੇ BV ਕ੍ਰਿਸ਼ਨਾ ਮੂਰਤੀ ਵਰਗੇ ਜਿਹੜੇ ਇਕੋਨੋਮਿਸਟ ਉਹ ਗੱਲ ਕਰ ਚੁੱਕੇ, ਬਹੁਤ ਪਹਿਲਾਂ ਗੱਲ ਕਰ ਚੁੱਕੇ, ਉਹਨਾਂ ਦੇ ਹੁੰਦਿਆਂ ਹੀ ਗੱਲ ਕਰਦੇ ਸਨ, ਉਹ ਸੀ ਨਹਿਰੂ ਦੀ ਔਰ ਉਹ ਸੀ ਪੰਡਿਤ ਨਹਿਰੂ ਦੀ ਪ੍ਰਾਇਮਰੀ ਐਜੂਕੇਸ਼ਨ ਤੇ ਫੋਕਸ ਨਾ ਕਰਨ ਦੀ ਅਸਮਰਥਤਾ। ਇਹਦਾ ਅੰਦਾਜ਼ਾ ਜਿਹੜੀਆਂ ਪਹਿਲੀਆਂ ਦੋ ਜਿਹੜੀਆਂ ਯੋਜਨਾਵਾਂ ਬਣੀਆਂ ਹਿੰਦੁਸਤਾਨ 'ਚ ਉਹਨਾਂ 'ਚ ਜਿਹੜੀ ਐਲੋਕੇਸ਼ਨ ਪ੍ਰਾਇਮਰੀ ਐਜੂਕੇਸ਼ਨ ਸੈਕਟਰ ਨੂੰ ਕੀਤੀ ਗਈ ਉਹ ਤੋਂ ਵੀ ਲਾਇਆ ਜਾ ਸਕਦਾ। ਔਰ ਇਹਦੀ ਆਪਾਂ ਇੱਕ ਲੀਗੇਸੀ ਅੱਜ ਵੀ ਦੇਖਦੇ ਹਾਂ ਕਿ ਹਿੰਦੁਸਤਾਨ 'ਚ ਜਿਹੜਾ ਫੋਕਸ ਪ੍ਰਾਇਮਰੀ ਐਜੂਕੇਸ਼ਨ ਤੇ ਨਹੀਂ ਰਿਹਾ ਉਹਦੀਆਂ ਜੜ੍ਹਾਂ ਵੀ ਪੰਡਿਤ ਨਹਿਰੂ ਦੇ ਮੁੱਢਲੇ ਕਾਰਜਕਾਲ ਵਿੱਚ ਪਈਆਂ। ਔਰ ਉਹਨਾਂ ਦੀ ਇੱਕ ਆਖਰੀ ਤੇ ਬਹੁਤ ਅਹਿਮ ਸਫਲਤਾ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਹੀ ਹਿੰਦੁਸਤਾਨ 'ਚ ਜਿਹੜੀ ਪਰਿਵਾਰਵਾਦ ਦੀ ਸਿਆਸਤ ਆ ਇਹ ਆਪਣੀਆਂ ਜੜ੍ਹਾਂ ਫੜਦੀ ਆ। ਉਹਨਾਂ ਦੀ ਸਭ ਤੋਂ ਵੱਡੀ ਉਦਾਹਰਨ ਕਿ ਉਹਨਾਂ ਦੀ ਬੇਟੀ ਉਹਨਾਂ ਦੇ ਪ੍ਰਧਾਨ ਮੰਤਰੀ ਹੁੰਦਿਆਂ ਉਹ ਕਾਂਗਰਸ ਦੀ ਇੱਕ ਵੱਡੀ ਅਹੁਦੇਦਾਰ ਨਾਮਜ਼ਦ ਹੁੰਦੀ ਆ ਔਰ ਉਸ ਤੋਂ ਬਾਅਦ ਉਹਨਾਂ ਦੇ ਜਾਣ ਤੋਂ ਕੁਝ ਅਰਸੇ ਬਾਅਦ ਉਹ ਸਾਰੀ ਪਾਰਟੀ ਨੂੰ ਕੈਪਚਰ ਕਰਕੇ ਔਰ ਉਸ ਤੋਂ ਬਾਅਦ ਫਿਰ ਇੱਕ ਲੰਮੀ ਕਹਾਣੀ ਆ ਕਿ ਕਿਸ ਤਰ੍ਹਾਂ ਇੰਦਰਾ ਗਾਂਧੀ, ਰਾਜੀਵ ਗਾਂਧੀ, ਸੋਨੀਆ ਗਾਂਧੀ ਹਾਲਾਂਕਿ ਪ੍ਰਧਾਨ ਮੰਤਰੀ ਨਹੀਂ ਬਣੇ, ਪਾਰਟੀ ਸਿਰਫ ਤੇ ਸਿਰਫ ਪਰਿਵਾਰ ਦਾ ਹੀ ਇੱਕ ਪ੍ਰਤੀਬਿੰਬ ਬਣ ਕੇ ਰਹਿ ਗਈ ਔਰ ਜਿਨਨੇ ਹਿੰਦੁਸਤਾਨ ਦੀ ਸਿਆਸਤ 'ਚ ਬਹੁਤ ਸਾਰੇ ਵਿਗਾੜ ਪੈਦਾ ਕੀਤੇ। ਸੋ ਇਹ ਉਹਨਾਂ ਦੀ ਇੱਕ ਬਹੁਤ ਵੱਡੀ ਸਫਲਤਾ ਜਿਹੜੀ ਆ ਉਹ ਗਿਣੀ ਜਾਵੇਗੀ। ਹੁਣ ਇਹ ਸਭ ਕਾਸੇ ਦਾ ਸਾਰੰਸ਼ ਕੀ ਆ? ਇਹ ਸਭ ਕਾਸੇ ਦਾ ਸਾਰੰਸ਼ ਆ ਕਿ ਪੰਡਿਤ ਨਹਿਰੂ ਉਹਨਾਂ 'ਚ ਬਹੁਤ ਸਾਰੀਆਂ ਵਿਲੱਖਣ ਖੂਬੀਆਂ ਸਨ। ਉਹ ਇੱਕ ਡੈਮੋਕ੍ਰੇਟ ਸਨ ਜਿਹਦੀ ਸ਼ਾਇਦ ਹੀ ਉਹਨਾਂ ਦੇ ਬਹੁਤ ਸਾਰੇ, ਜੇ ਉਹਨਾਂ ਦੇ ਵਿਸਤਾਰ 'ਚ ਜਾਣਾ ਹੋਵੇ ਤਾਂ ਉਹਨਾਂ ਦੇ ਬਹੁਤ ਸਾਰੇ ਕੀਤੇ ਕੰਮ ਭਰਦੇ ਨੇ। ਉਹਨਾਂ ਨੇ ਹਿੰਦੁਸਤਾਨ ਨੂੰ ਇੱਕ ਐਸੀਆਂ ਮਜ਼ਬੂਤ ਜੜ੍ਹਾਂ ਦਿੱਤੀਆਂ ਜਿਨ੍ਹਾਂ ਦੇ ਉੱਤੇ ਮੁਲਕ ਇਕੱਠਾ ਰਹਿਣ ਦੇ ਕਾਬਿਲ ਹੋ ਸਕਿਆ। ਜਿੱਥੇ ਵਖਰੇਵੇਂ ਸਨ ਉਹਨਾਂ ਵਖਰੇਵਿਆਂ ਨੂੰ ਰੈਕੋਗਨਾਈਜ਼ ਕੀਤਾ। ਉਹਨਾਂ ਦੀਆਂ ਜਿਹੜੀਆਂ ਬਹੁਤ ਸਾਰੀਆਂ ਵੱਡੀਆਂ ਅਸਫਲਤਾਵਾਂ ਉਹਨਾਂ 'ਚ ਚੀਨ ਨਾਲ ਜੰਗ, ਉਹ ਮੁੱਦਾ ਅੱਜ ਤੱਕ ਵੀ ਲਟਕਿਆ ਹੋਇਆ ਹੈ। ਕਸ਼ਮੀਰ ਦਾ ਮਸਲਾ ਜਿਹੜਾ ਉਹਨਾਂ ਦੇ ਹੁੰਦਿਆਂ ਹੋਂਦ 'ਚ ਆਇਆ ਔਰ ਅੱਜ ਤੱਕ ਵੀ ਉਹ ਦੋਵਾਂ ਮੁਲਕਾਂ ਦੇ ਵਿਚਕਾਰ, ਹਿੰਦੁਸਤਾਨ ਤੇ ਪਾਕਿਸਤਾਨ ਦੇ ਵਿਚਕਾਰ ਦੁਸ਼ਮਣੀ ਦਾ ਸਭ ਤੋਂ ਵੱਡਾ ਸਬੱਬ ਆ। ਔਰ ਪ੍ਰਾਇਮਰੀ ਐਜੂਕੇਸ਼ਨ ਤੇ ਫੋਕਸ ਨਾ ਕਰ ਸਕਣਾ ਉਹਨਾਂ ਦੀ ਇੱਕ ਹੋਰ ਵੱਡੀ ਅਸਫਲਤਾ। ਔਰ ਇਸ ਤੋਂ ਬਾਅਦ ਸਭ ਤੋਂ ਵੱਡੀ ਅਸਫਲਤਾ ਪਰਿਵਾਰਵਾਦ, ਜਿਨਨੇ ਹਿੰਦੁਸਤਾਨ ਦੀ ਸਿਆਸਤ ਨੂੰ ਬੁਰੀ ਤਰ੍ਹਾਂ ਜਕੜ ਕੇ ਰੱਖਿਆ। ਔਰ ਇਸ ਬਾਬਤ ਰਾਮਚੰਦਰ ਗੁਹਾ ਜਿਹੜੇ ਹਿੰਦੁਸਤਾਨ ਦੇ ਫੋਰਮੋਸਟ ਹਿਸਟੋਰੀਅਨ ਨੇ, ਉਹਨਾਂ ਦੀ ਇਹ ਟਿੱਪਣੀ ਬੜੀ ਮਹੱਤਵਪੂਰਨ ਆ ਕਿ ਪੰਡਿਤ ਜਵਾਹਰ ਲਾਲ ਨਹਿਰੂ ਦੀ ਤਰਾਸਦੀ ਇਹ ਆ ਕਿ ਉਹਨਾਂ ਦੀ ਵਿਰਾਸਤ ਦਾ ਮੁਲਾਂਕਣ ਉਹਨਾਂ ਦੇ ਬੱਚਿਆਂ ਦੀ ਸਿਆਸਤ ਵੇਖ ਕੇ ਕੀਤਾ ਜਾਂਦਾ। ਔਰ ਇਹ ਟਿੱਪਣੀ ਆਪਣੇ ਆਪ ਵਿੱਚ ਬਹੁਤ ਮਹੱਤਵਪੂਰਨ ਆ ਔਰ ਸਾਨੂੰ ਪੰਡਿਤ ਨਹਿਰੂ ਦੇ ਬਾਅਦ ਦੀ ਸਿਆਸਤ ਬਾਰੇ ਬਹੁਤ ਕੁਝ ਸਮਝਾਉਂਦੀ ਹੈ। ਸਾਰੰਸ਼ ਦੇ ਇਸ ਐਪੀਸੋਡ 'ਚ ਮੇਰੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ। ਔਰ ਮੈਂ ਇੱਕ ਵਾਰ ਫਿਰ ਗੁਜ਼ਾਰਿਸ਼ ਕਰਨੀ ਚਾਹੁੰਦਾ ਕਿ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਤੇ ਆਪਾਂ ਸਾਰੰਸ਼ ਦੇ ਇੱਕ ਹੋਰ ਐਪੀਸੋਡ 'ਚ ਤੁਹਾਨੂੰ ਛੇਤੀ ਹੀ ਮਿਲਦੇ ਹਾਂ। ਤਦ ਤੱਕ ਰੱਬ ਰਾਖਾ ਤੇ ਧੰਨਵਾਦ।